ਸਵਾਗਤ ਹੈ ਜੀ ਤੁਹਾਡਾ ਵਰਕਸ਼ਾਪ ਕੈਲਕੂਲੇਸ਼ਨ ਐਂਡ ਸਾਇੰਸ ਵਿਸ਼ੇ ਦੀ ਟ੍ਰੇਨਿੰਗ ਦੇ ਵਿੱਚ। ਅੱਜ ਆਪਾਂ ਸਾਈਨ, ਕੌਸ, ਟੈਨ, ਕੋਸੀਕੈਂਟ, ਸੀਕੈਂਟ ਅਤੇ ਕੋਟੈਂਜੈਂਟ ਥੀਟੇ ਦੇ ਵੱਖ-ਵੱਖ ਐਂਗਲ, ਕਹਿਣ ਦਾ ਭਾਵ ਥੀਟੇ ਦੇ ਵੱਖ-ਵੱਖ ਵੈਲਿਊਜ਼, ਜਿਵੇਂ ਕਿ 0 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ ਅਤੇ 90 ਡਿਗਰੀ ਦੇ ਮੁੱਲ ਹੈ ਜਿਹੜੇ ਆਸਾਨ ਤਰੀਕੇ ਨਾਲ ਕਿਵੇਂ ਆਪਾਂ ਪ੍ਰਾਪਤ ਕਰ ਸਕਦੇ ਹਾਂ ਜਾਂ ਪਤਾ ਕਰ ਸਕਦੇ ਹਾਂ, ਉਹਦੀ ਆਪਾਂ ਸਾਰਣੀ ਦੀ ਤਿਆਰੀ ਕਰਦੇ ਹਾਂ। ਇਹ ਸਾਰਣੀ ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ ਅਸੀਂ ਸਾਈਨ ਥੀਟੇ ਦੇ 0, 30, 45, 60 ਅਤੇ 90 ਡਿਗਰੀ ਦੇ ਜਿਹੜੇ ਮੁੱਲ ਉਹ ਪਤਾ ਕਰਨੇ ਨੇ। ਸੋ ਇਹਦਾ ਸੌਖਾ ਤਰੀਕਾ ਹੈ ਕਿ ਸਭ ਤੋਂ ਪਹਿਲਾਂ ਇਸ ਤਰ੍ਹਾਂ ਦਾ ਇੱਕ ਟੇਬਲ ਬਣਾ ਲਓ ਕਿ ਸਾਈਨ ਥੀਟੇ ਦੀ 0, 30, 45, 60, 90 ਲਿਖ ਕੇ ਇੱਕ ਅੰਡਰਲਾਈਨ ਕਰ ਲਵੋ ਅਤੇ ਬਾਕੀ ਆਪਾਂ ਜਿਹੜਾ ਤਰੀਕਾ ਹੈ ਉਹ ਡਿਸਕਸ ਕਰਦੇ ਹਾਂ। ਇਸ ਨੂੰ ਵੱਧਦੇ ਕ੍ਰਮ ਵਿੱਚ ਲਿਖਣਾ ਸ਼ੁਰੂ ਕਰ ਦਿਓ। ਆਪਾਂ ਕਹਿਣ ਦਾ ਮਤਲਬ 0, 1, 2, 3, 4 4 ਥੀਟੇ ਅਸੀਂ ਪਤਾ ਕਰਨੇ ਹਨ। 1, 2, 3, 4, 5 ਕਰਨੇ ਹਨ 0 ਤੋਂ ਲੈ ਕੇ 90 ਤੱਕ। ਤਾਂ ਅਸੀਂ ਇਸ ਨੂੰ 0 ਤੋਂ ਸਟਾਰਟ ਕਰਕੇ 0, 1, 2, 3, 4 ਲਿਖ ਲੈਣਾ ਹੈ ਪਹਿਲੇ ਸਟੈਪ ਵਿੱਚ। ਉਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਜਾਣੀ ਕਿ 0, 1, 2, 3, 4 ਨੂੰ 4 ਨਾਲ ਡਿਵਾਈਡ ਕਰ ਦੇਣਾ ਹੈ। ਯਾਨੀ ਕਿ 0/4, 1/4, 2/4, 3/4 ਅਤੇ 4/4। ਫਿਰ ਇਹਨਾਂ ਸਾਰਿਆਂ ਦਾ ਵਰਗਮੂਲ ਲੈ ਲੈਣਾ ਹੈ। 0/4 ਦਾ ਵਰਗਮੂਲ, 1/4 ਦਾ ਵਰਗਮੂਲ, 2/4 ਦਾ ਵਰਗਮੂਲ, 3/4 ਦਾ ਵਰਗਮੂਲ ਅਤੇ 4/4 ਦਾ ਵਰਗਮੂਲ। ਹੁਣ ਅਸੀਂ ਇਸ ਨੂੰ ਕੈਲਕੂਲੇਟ ਕਰਨਾ ਹੈ, ਹੱਲ ਕਰਨਾ ਹੈ। 0/4 ਵਰਗਮੂਲ 0 ਹੀ ਹੋਵੇਗਾ ਅਤੇ 1/4 ਦਾ ਵਰਗਮੂਲ 1/2 ਆ ਜਾਵੇਗਾ, ਕਿਉਂਕਿ 1 ਦਾ ਵਰਗਮੂਲ ਹਮੇਸ਼ਾ 1 ਹੀ ਹੁੰਦਾ ਹੈ। ਇਸ ਨੂੰ ਅਸੀਂ ਕੈਲਕੂਲੇਟ ਕਰਨਾ ਹੈ 2 ਦੂਣੀ 4, 1/2 ਹੋ ਜਾਵੇਗਾ। ਸੋ 1 ਦਾ ਵਰਗਮੂਲ 1 ਅਤੇ ਨੀਚੇ 2 ਦਾ ਵਰਗਮੂਲ 1/2 ਦਾ ਵਰਗਮੂਲ ਆ ਜਾਵੇਗਾ। ਇੱਥੇ √3 ਆਪਾਂ ਉਸੇ ਤਰ੍ਹਾਂ ਲਿਖਣਾ ਹੈ, ਕਿਉਂਕਿ ਇਸ ਦਾ ਪ੍ਰੋਪਰ ਵਰਗਮੂਲ ਨਹੀਂ ਹੁੰਦਾ ਹੈ। ਤਾਂ 4 ਦਾ ਵਰਗਮੂਲ 2 ਹੋਵੇਗਾ ਅਤੇ 4 ਨਾਲ 4 ਕੈਂਸਲ ਹੋ ਜਾਵੇਗਾ। 1 ਅਤੇ 1 ਦਾ ਵਰਗਮੂਲ ਵੀ 1 ਹੁੰਦਾ ਹੈ। ਇਸ ਤਰ੍ਹਾਂ ਅਸੀਂ ਇੱਕ ਦੇਸੀ ਅਤੇ ਆਸਾਨ ਤਰੀਕੇ ਨਾਲ ਸਾਈਨ 0 ਡਿਗਰੀ, ਸਾਈਨ 30 ਡਿਗਰੀ, ਸਾਈਨ 45 ਡਿਗਰੀ, ਸਾਈਨ 60 ਡਿਗਰੀ ਅਤੇ ਸਾਈਨ 90 ਡਿਗਰੀ ਦੇ ਮੁੱਲ ਪ੍ਰਾਪਤ ਕਰ ਲਏ ਹਨ। ਇਹ ਤਰੀਕਾ ਸਾਨੂੰ ਸਾਡੇ ਸਤਿਕਾਰਯੋਗ ਅਧਿਆਪਕ ਸਰਦਾਰ ਜਸਵੰਤ ਸਿੰਘ ਜੀ ਹੋਰਾਂ ਨੇ ਸਰਕਾਰੀ ਹਾਈ ਸਕੂਲ ਦਾਤੇਵਾਸ ਵਿਖੇ ਪੜ੍ਹਦਿਆਂ ਸਿਖਾਇਆ ਗਿਆ ਸੀ। ਅਤੇ ਬਾਅਦ ਦੇ ਵਿੱਚ ਇਸ ਨੂੰ ਸਰਦਾਰ ਗੁਰਲਾਬ ਸਿੰਘ ਜੀ, ਜਿਹੜੇ ਕਿ ਅੱਜ ਕੱਲ੍ਹ DO ਦੇ ਅਹੁਦੇ 'ਤੇ ਤੈਨਾਤ ਨੇ ਜ਼ਿਲ੍ਹਾ ਮਾਨਸਾ ਦੇ ਵਿੱਚ, ਉਹਨਾਂ ਵੱਲੋਂ ਹੋਰ ਗੂੜਾ ਕਰਵਾ ਦਿੱਤਾ ਗਿਆ ਸੀ। ਸੋ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਸਾਡੇ ਸਤਿਕਾਰਯੋਗ ਗੁਰੂਆਂ ਦਾ। ਹੁਣ ਆਪਾਂ ਸਾਈਨ ਦੇ ਇਹਨਾਂ ਮੁੱਲਾਂ ਤੋਂ ਬਾਕੀ ਜੋ ਥੀਟੇ ਹਨ, ਬਾਕੀ ਜੋ ਸਾਡੇ ਕੋਲ ਕੌਸ, ਟੈਨ, ਕੋਸੀਕੈਂਟ, ਸੀਕੈਂਟ ਅਤੇ ਕੋਟੈਂਜੈਂਟ ਦੇ ਅਸੀਂ ਮੁੱਲ ਇਹਨਾਂ 4 ਤੋਂ ਹੀ ਪ੍ਰਾਪਤ, 5 ਤੋਂ 0, 1/2, 1/√2, √3/2 ਅਤੇ 1, ਇਹਨਾਂ 5 ਤੋਂ ਹੀ ਅਸੀਂ ਪ੍ਰਾਪਤ ਕਰ ਲੈਣੇ ਹਨ। ਸਭ ਤੋਂ ਪਹਿਲਾਂ ਅਸੀਂ ਸਾਈਨ ਥੀਟੇ ਦੇ ਜੋ ਮੁੱਲ ਅਸੀਂ 0, 30, 45, 60 ਅਤੇ 90 ਡਿਗਰੀ ਦੇ ਪਤਾ ਕਰੇ ਨੇ, ਉਹ ਲਿਖ ਲੈਣੇ ਨੇ। ਅਤੇ ਉਸ ਤੋਂ ਬਾਅਦ ਕੌਸ ਦੇ ਜਿਹੜੇ ਮੁੱਲ ਨੇ, ਉਹ ਅਸੀਂ ਸਾਈਨ ਦੇ ਜੋ ਮੁੱਲ ਲਿਖੇ ਹਨ ਉਸ ਨੂੰ ਉਲਟੀ ਦਿਸ਼ਾ ਵਿੱਚ ਲਿਖ ਦੇਣੇ ਹਨ। ਕਹਿਣ ਦਾ ਭਾਵ ਜੋ ਸਾਈਨ 90 ਡਿਗਰੀ ਦਾ ਮੁੱਲ ਸੀ, ਉਹ ਕੌਸ 0 ਡਿਗਰੀ ਦਾ ਮੁੱਲ ਹੋਵੇਗਾ, ਅਤੇ ਜੋ ਸਾਈਨ 60 ਡਿਗਰੀ ਦਾ ਮੁੱਲ ਸੀ ਉਹ ਕੌਸ 30 ਦਾ ਮੁੱਲ ਹੋਵੇਗਾ।
क्योंकि 45 डिग्री है जो ये सेंटर में आउंदा है, ਇਹ ਉਸੇ ਤਰ੍ਹਾਂ ਹੀ ਲਿਖਿਆ ਜਾਵੇਗਾ, 1/2 ਹੀ ਲਿਖਿਆ ਜਾਵੇਗਾ। ਤੇ ਜੋ ਸਾਈਨ 30 ਡਿਗਰੀ ਦਾ ਮੁੱਲ ਸੀ ਉਹ cos 60 ਡਿਗਰੀ ਦਾ ਮੁੱਲ ਬਣ ਜਾਵੇਗਾ। ਅਤੇ ਜੋ ਸਾਈਨ 0 ਡਿਗਰੀ ਦਾ ਮੁੱਲ ਸੀ ਉਹ cos 90 ਡਿਗਰੀ ਦਾ ਮੁੱਲ ਬਣ ਜਾਵੇਗਾ, ਅਖੀਰ ਤੇ ਚੱਲ ਜਾਵੇਗਾ। ਹੁਣ ਅਸੀਂ ਜਾਣਦੇ ਹਾਂ ਕਿ tan ਥੀਟਾ ਜੋ ਹੁੰਦਾ ਹੈ ਉਹ ਸਾਈਨ ਥੀਟਾ ਬਟਾ cos ਥੀਟਾ ਹੁੰਦਾ ਹੈ, ਅਸੀਂ ਪਿੱਛੇ ਸੂਤਰਾਂ ਵਿੱਚ ਪੜ੍ਹਿਆ ਹੈ। ਸੋ ਇੱਥੇ ਅਸੀਂ ਸਾਈਨ ਤੇ cos ਦੇ ਜੋ ਮੁੱਲ ਪ੍ਰਾਪਤ ਕੀਤੇ ਹਨ ਉਹਨਾਂ ਨੂੰ ਡਿਵਾਈਡ ਕਰ ਦੇਣਾ ਹੈ। 0/1 ਇਸੇ ਤਰ੍ਹਾਂ 1/2 ਬਟਾ √3/2 ਹੈ। ਇਸ ਨੂੰ ਆਪਾਂ ਉਲਟਾ ਕੇ ਗੁਣਾ ਕਰਤਾ, ਕਹਿਣ ਦਾ ਭਾਵ 1/2 ਗੁਣਾ 2 ਉੱਪਰ ਚਲਾ ਗਿਆ, 2/√3, 2 ਨਾਲ 2 ਕੈਂਸਲ ਹੋ ਗਿਆ ਅਤੇ 1/√3 ਇੱਥੇ ਸਾਡੇ ਕੋਲ tan 30 ਦਾ ਮੁੱਲ ਆ ਗਿਆ ਹੈ। ਇਸੇ ਤਰ੍ਹਾਂ tan 45 ਦੇ ਵਿੱਚ ਵੀ ਅਸੀਂ 1/2 ਗੁਣਾ ਇਹ ਜੋ ਹੈ ਇਹ ਉੱਪਰ ਚਲਾ ਜਾਏਗਾ, ਉਲਟਾ ਕੇ ਗੁਣਾ ਹੋ ਜਾਏਗਾ, 1/2 ਗੁਣਾ √2/1, ਇਹ ਸਾਰੇ ਇੱਕ ਦੂਸਰੇ ਨਾਲ ਕੈਂਸਲ ਹੋ ਜਾਣਗੇ ਅਤੇ tan 45 ਜੋ ਹੈ ਉਹ 1 ਆ ਜਾਵੇਗਾ। ਹੁਣ ਗੱਲ ਕਰਦੇ ਹਾਂ tan 60 ਡਿਗਰੀ ਦੀ। ਇੱਥੇ ਵੀ √3/2 ਗੁਣਾ 2/1, 2 ਨਾਲ 2 ਕੈਂਸਲ ਹੋ ਜਾਵੇਗਾ ਅਤੇ √3 ਇਹਦਾ ਮੁੱਲ ਆ ਜਾਵੇਗਾ। ਅਤੇ tan 90 ਡਿਗਰੀ ਜੋ ਹੈ ਉਹ ਜਦੋਂ ਆਪਾਂ ਸਾਈਨ ਬਟਾ cos ਕਰਾਂਗੇ ਤਾਂ 1/0 ਹੋ ਜਾਵੇਗਾ, ਜੋ ਕਿ ਇਨਫਿਨਿਟੀ ਹੁੰਦਾ ਹੈ, ਅਗਿਆਤ ਹੁੰਦਾ ਹੈ, ਇਸ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕੋਸੀਕੈਂਟ, ਸੀਕੈਂਟ ਅਤੇ cot ਥੀਟੇ ਦੀ। ਅਸੀਂ ਜਾਣਦੇ ਹਾਂ ਕਿ ਪਿਛਲੇ ਸੂਤਰਾਂ ਦੇ ਵਿੱਚ ਅਸੀਂ ਇਹ ਪੜ੍ਹ ਚੁੱਕੇ ਹਾਂ, ਸਿੱਧ ਕਰ ਚੁੱਕੇ ਹਾਂ ਕਿ ਕੋਸੀਕੈਂਟ ਥੀਟਾ ਜੋ ਹੈ ਉਹ ਸਾਈਨ ਦਾ ਉਲਟ ਹੁੰਦਾ ਹੈ, ਰੈਸੀਪ੍ਰੋਕਲ ਹੁੰਦਾ ਹੈ। ਸੋ ਜੋ ਸਾਈਨ ਦੀਆਂ ਵੈਲਿਊਜ਼ ਅਸੀਂ ਪਤਾ ਕੀਤੀਆਂ ਹਨ ਉਹ ਅਸੀਂ ਉਲਟਾ ਕੇ ਲਿਖ ਦੇਣੀਆਂ ਹਨ ਤਾਂ ਸਾਨੂੰ ਕੋਸੀਕੈਂਟ ਥੀਟੇ ਦੇ ਮੁੱਲ ਪ੍ਰਾਪਤ ਹੋ ਜਾਣਗੇ। ਇਸੇ ਤਰ੍ਹਾਂ ਜੋ ਸੀਕੈਂਟ ਥੀਟਾ ਹੁੰਦਾ ਹੈ ਉਹ cos ਦਾ ਰੈਸੀਪ੍ਰੋਕਲ ਹੁੰਦਾ ਹੈ। ਇੱਥੇ ਅਸੀਂ cos ਦੇ ਜੋ ਮੁੱਲ ਪਤਾ ਕੀਤੇ ਸੀ ਉਹ ਸਾਰੇ ਉਲਟਾ ਕੇ ਲਿਖ ਦੇਣੇ ਹਨ ਤਾਂ ਸਾਨੂੰ ਸੀਕੈਂਟ ਥੀਟੇ ਦੇ ਜੋ ਮੁੱਲ ਹਨ ਉਹ ਪ੍ਰਾਪਤ ਹੋ ਜਾਣਗੇ। ਇਸੇ ਤਰ੍ਹਾਂ ਕੋਟੈਂਜੈਂਟ ਥੀਟਾ ਜਾਂ ਜਿਸ ਨੂੰ ਸ਼ਾਰਟ ਦੇ ਵਿੱਚ ਆਪਾਂ cot ਥੀਟਾ ਕਹਿ ਦਿੰਦੇ ਹਾਂ ਉਹ tan ਦਾ ਰੈਸੀਪ੍ਰੋਕਲ ਹੁੰਦਾ ਹੈ। ਕਹਿਣ ਦਾ ਮਤਲਬ cot ਬਰਾਬਰ ਹੋਵੇਗਾ 1/tan। ਇੱਥੇ ਅਸੀਂ tan ਦੇ ਜੋ ਮੁੱਲ ਪਤਾ ਕੀਤੇ ਸੀ ਉਹਨਾਂ ਸਾਰਿਆਂ ਨੂੰ ਉਲਟਾ ਕੇ ਲਿਖ ਦੇਣਾ ਹੈ। ਇਸ ਤਰ੍ਹਾਂ ਸਾਨੂੰ cot ਦੇ ਜਿਹੜੇ ਮੁੱਲ ਪ੍ਰਾਪਤ ਹੋ ਜਾਣਗੇ। ਸੋ ਸਿਖਿਆਰਥੀਓ, ਅਸੀਂ ਇੱਥੇ ਇੱਕ ਬੜੇ ਹੀ ਸੌਖੇ ਤਰੀਕੇ ਨਾਲ ਜਿਹੜੇ ਸਾਡੇ ਟ੍ਰਿਗਨੋਮੈਟਰੀ ਵਿੱਚ ਅਸੀਂ ਪੜ੍ਹਦੇ ਹਾਂ ਸਾਈਨ, cos, tan, ਕੋਸੀਕੈਂਟ, ਸੀਕੈਂਟ ਅਤੇ ਕੋਟੈਂਜੈਂਟ ਥੀਟੇ ਦੇ ਮੁੱਲ ਪ੍ਰਾਪਤ ਕਰ ਲਏ ਹਨ। ਧੰਨਵਾਦ ਜੀ।